कबीर सूख न एह जुग, करे जो बहुतै मीत। जो चित राखे एक स्यों, ते सुख पावे नीत। कबीर जिस मरने ते जग डरै, मेरे मन आनंद। मरने ही ते पाइए पूरन परमानंद। राम पदार्थ पाए कै, कबीरा गांठ न खोल। नहीं पटन नहीं पारखू, नहीं गाहक नहीं मोल। कबीर तास्यों प्रीत कर, जाको ठाकुर राम। पंडित राजे भूपति, आवे कौने काम। कबीर प्रीत एक स्यों किए, आन दुबदा जाए। भावें लांबे केस कर, भावें करर मुंडाए। कबीर प्रीत एक स्यों किए, आन दुबदा जाए। भावें लांबे केस कर, भावें करर मुंडाए। गुरु रूप गुरु प्यारी साध संगत जीओ, आओ सब तो पहला दशमेश पातशाह पुत्रां दे दानी शाही शहनशाह मालक जी दे पावन चरनां विच अपना सीस नवाइए। असीस बख्शीश पावन गुरु फतेह दे नाल सांझ पा के श्रोमणी भगत धन धन बाबा कबीर साहिब जी उन्हां दे मुबारक इलाही सलोकां दे नाल अपना चित्त जोड़िए। प्यार नाल सारे आखो जी वाहिगुरु जी का खालसा वाहिगुरु जी की फतेह। 21 नंबर तो लैके 25 नंबर सलोकां तक आप जी ने पाठ सरवण किया है। इस तो पहला असी 4 पाठ किए ने। ये साडी इस लड़ी का 5वां पाठ है, 5वां हिस्सा है, जिहदे विच असी 5 सलोक कबीर साहब दे लए ने, जिन्हां दी विचार असी अज करांगे। कबीर साहब ने इन्हां सलोकां दे विच 2 बड़ियां प्यारियां गल्लां कीतियां ने। एक गल करदे ने वो दुनियावी मोह दी, एक गल करदे ने वो दुबदा दी। जदों कबीर साहब दुनियावी मोह की गल करते हैं तो वो विचार देंदे ने कि असी अपने परिवार के मोह विच बहुत बार ऐसे अन्ने हो जाने आ, सानू उस तो अगे कुछ होर दिसदा ही नहीं है। सानू इस तरह दिसना शुरू हो जाता है जिवें साडा परिवार ही सारा कुछ है, इस तो अगे होर कुछ नहीं है। और बहुत बार इंसान अपने परिवार की खातर ऐसे कुकर्म कर जाता है, ऐसे माड़े काम कर जाता है, जिन्हां दा भुगतान भी इंसान नूं बाद विच व्याज उपर पा के देना पैंदा है। और गुरबाणी ने इस गल का फैसला भी किया है। बहु परपंच कर पर धन लियावै, सुत दारा पै आन लुटावै। मेरे मन भूले कपट ना कीजै, अंत नबेरा तेरे जी पहलीजै।
ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ ਦੀ। ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਪਰਿਵਾਰ ਦੀ, ਸੰਸਾਰ ਦੀ, ਰਿਸ਼ਤੇਦਾਰਾਂ ਦੀ, ਸੱਜਣਾ ਦੀ, ਮਿੱਤਰਾਂ ਦੀ, ਦੋਸਤਾਂ ਦੀ ਗੱਲ ਕੀਤੀ ਹੈ। ਲੇਕਿਨ ਉੱਥੇ ਨਾਲ ਦੀ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਵੀ ਕਹਿ ਦਿੱਤਾ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸਦੀਵ ਸਾਥ ਨਿਭਣ ਵਾਲਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਮੋਹ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਸਾਰੇ ਆਪੋ ਆਪਣੇ ਸਵਾਰਥ ਦੇ ਨਾਲ ਤੇਰੇ ਜੁੜੇ ਹੋਏ ਨੇ ਤੇਰੇ ਨਾਲ, ਪਰ ਇਹ ਕੇਵਲ ਸਵਾਰਥ ਤੱਕ ਸੀਮਤ ਹੈ ਰਿਸ਼ਤੇ। ਬਾਬਾ ਕਬੀਰ ਸਾਹਿਬ ਦੇ ਜੀਵਨ ਦੀ ਹੀ ਆਪਣੀ ਇੱਕ ਬੜੀ ਪਿਆਰੀ ਘਟਨਾ ਆਉਂਦੀ ਹੈ, ਜਦੋਂ ਕਬੀਰ ਸਾਹਿਬ ਨੇ ਇੱਕ ਇਨਸਾਨ ਨੂੰ ਕਿਹਾ ਸੀ ਕਿ ਇਕੱਲੇ ਪਰਿਵਾਰ ਤੱਕ ਨਹੀਂ, ਸਾਨੂੰ ਆਪਣੀ ਸੋਚ ਨੂੰ ਨਿਰੰਕਾਰ ਦੀ ਉਡਾਰੀ ਤੱਕ ਲੈ ਕੇ ਜਾਣ ਦੀ ਲੋੜ ਹੈ। ਹੁਣ ਉਹ ਜਿਹੜੀ ਉਡਾਰੀ ਹੈ ਉਹ ਹਰ ਇਨਸਾਨ ਨਹੀਂ ਭਰ ਸਕਦਾ ਹੈ, ਪਰ ਜਿਹੜਾ ਭਰ ਸਕਦਾ ਹੈ ਉਹਨੂੰ ਪਤਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਮੈਂ ਆਪਣੀ ਜ਼ਿੰਦਗੀ ਦਾ ਰਸ ਵੀ ਮੰਨਣਾ ਹੈ, ਰਸ ਵੀ ਲੈਣਾ ਹੈ। ਮੈਂ ਇੱਕ ਭੌਰੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਉਣੀ ਹੈ, ਫੁੱਲਾਂ ਦਾ ਰਸ ਵੀ ਚੂਸਣਾ ਹੈ, ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਕਬੀਰ ਸਾਹਿਬ ਆਮ ਕਰਕੇ ਉਹਨੂੰ ਇਹ ਗੱਲ ਕਿਹਾ ਕਰਦੇ ਸੀ ਕਿ ਨਿਰੰਕਾਰ ਦਾ ਨਾਮ ਜਪਿਆ ਕਰ, ਤੇ ਉਹਨੇ ਕਿਹਾ ਅੱਗੋਂ ਇਹ ਗੱਲ ਕਹਿਣੀ, ਮੇਰਾ ਪਰਿਵਾਰ ਹੀ ਮੇਰੇ ਲਈ ਰੱਬ ਹੈ। ਕਬੀਰ ਸਾਹਿਬ ਨੂੰ ਇਹ ਗੱਲ ਨਾ ਚੰਗੀ ਲੱਗੀ। ਉਹਨਾਂ ਨੇ ਇੱਕ ਦਿਨ ਕੌਤਕ ਰਚਾਇਆ, ਕਹਿੰਦੇ ਪਰਿਵਾਰ ਰੱਬ ਨਹੀਂ ਹੋ ਸਕਦਾ, ਪਰਿਵਾਰ ਇੱਕ ਜ਼ਿੰਮੇਵਾਰੀ ਹੈ ਤੇਰੀ, ਨਿਭਾ, ਪਰ ਉਹਦੇ ਨਾਲ ਨਾਲ ਆਪਣੀ ਜ਼ਿੰਦਗੀ ਦਾ ਮਾਇਨਾ ਨਾ ਭੁੱਲ। ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਜਿਹਾ ਕੌਤਕ ਰਚਾਇਆ, ਕਹਿੰਦੇ ਮੈਂ ਤੇਰੇ ਪਰਿਵਾਰ ਦੀ ਅਸਲੀਅਤ ਤੈਨੂੰ ਦੱਸਣਾ ਚਾਹਾਂਗਾ। ਅੱਜ ਘਰ ਜਾਈ, ਘੰਟਾ 2 ਘੰਟੇ ਮੰਜੇ ਤੋਂ ਨਾ ਹਿੱਲੀ। ਜੇ ਤੈਨੂੰ ਆ ਕੇ ਟੱਚ ਕਰਨ ਦੇਖਣ ਤੇ ਸਰੀਰ ਅਕੜਾ ਲਵੀਂ, ਸਾਹ ਬੰਦ ਕਰ ਲਵੀਂ, 2-4 ਮਿੰਟਾਂ 'ਚ ਪਤਾ ਲੱਗ ਜਾਣਾ ਤੈਨੂੰ। ਡਰਾਮਾ ਕਰੀ ਵੀ ਮੈਂ ਮਰ ਗਿਆ, ਮੈਂ ਹੈ ਨਹੀਂ ਦੁਨੀਆ ਦੇ ਵਿੱਚ, ਫਿਰ ਦੇਖਦੇ, ਫਿਰ ਮੈਂ ਆਵਾਂਗਾ। ਉਦਾਂ ਹੀ ਹੋਇਆ, ਚਾਰੇ ਪਾਸੇ ਰੌਲਾ ਪੈ ਗਿਆ, ਫਲਾਣਾ ਮਰ ਗਿਆ। ਕਬੀਰ ਸਾਹਿਬ ਜੀ ਵੀ ਜਾ ਪਹੁੰਚੇ ਉੱਥੇ। ਕਬੀਰ ਸਾਹਿਬ ਜੀ ਜਦੋਂ ਪਹੁੰਚੇ ਤਾਂ ਕਬੀਰ ਸਾਹਿਬ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਜੇ ਇਹਨਾਂ ਨੂੰ ਮੈਂ ਜਿਉਂਦਾ ਕਰ ਦੇਵਾਂ ਤਾਂ ਫਿਰ। ਉਹ ਕਹਿੰਦੇ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ, ਅੰਨਾ ਕੀ ਭਾਲੇ 2 ਅੱਖੀਆਂ, ਜੇ ਜਿਉਂਦਾ ਕਰ ਦੋ ਹੋਰ ਕੀ ਚਾਹੀਦਾ। ਤੇ ਕਬੀਰ ਸਾਹਿਬ ਕਹਿੰਦੇ ਇਹਦੇ ਵੱਟੇ ਇੱਕ ਜਾਨ ਦੇਣੀ ਪੈਣੀ। ਪਤਨੀ ਨੂੰ ਆਖਿਆ ਤੂੰ ਉੱਠ, ਆ ਮੇਰੇ ਕੋਲ ਨਾ ਇੱਕ ਭਾਂਡੇ ਵਿੱਚ ਪਾਣੀ ਹੈ, ਇਹ ਤੂੰ ਪੀ ਲਾ, ਤੂੰ ਜਦੋਂ ਪੀਏਗੀ ਤੇਰੀ ਆਤਮਾ ਉਹਦੇ ਚਲੀ ਜਾਣੀ, ਤੂੰ ਮਰ ਜਾਣਾ। ਆਪਣੇ ਪਤੀ ਨੂੰ ਆਪਣੀ ਜਿੰਦ ਦੇ ਦੇ। ਅੱਗੋਂ ਨੇ ਜਵਾਬ ਦਿੱਤਾ ਮੇਰੇ ਬੱਚੇ ਕਿਹਨੇ ਪਾਲਣੇ ਆ, ਹੋ ਸਕਦਾ ਇਹ ਉੱਠੇ ਹੀ ਨਾ, ਤੇ ਜੇ ਮੈਂ ਵੀ ਮਰ ਗਈ, ਨਿਆਣੇ ਕੌਣ ਪਾਲੇਗਾ, ਨਿਆਣਿਆਂ ਦਾ ਕੌਣ ਹੈ, ਪਰਿਵਾਰ ਕੌਣ ਸਾਂਭੇਗਾ, ਰਿਸ਼ਤੇਦਾਰੀਆਂ ਬਾਅਦ 'ਚ ਕੌਣ ਨਿਭਾਏਗਾ, ਮੇਰੇ ਤਾਂ ਬੱਚੇ ਰੁੱਲ ਜਾਣਗੇ। ਪਛਾਣ ਹਟ ਗਈ। ਬੱਚਿਆਂ ਨੂੰ ਕਿਹਾ, ਉਹ ਕਹਿੰਦੇ ਬਾਪੂ ਸਾਡਾ ਖਾ ਕੇ ਪੀ ਕੇ ਆਨੰਦ ਵਾਲੀ ਜ਼ਿੰਦਗੀ ਭੋਗ ਕੇ ਮਰਿਆ, ਵੀ ਅਸੀਂ ਤਾਂ ਜੇ ਜ਼ਿੰਦਗੀ ਦੇਖਣੀ ਹੈ, ਦੁਨੀਆ ਦੇਖਣੀ ਹੈ, ਆਪਾਂ ਕਿਉਂ ਜਾਈਏ। ਕਬੀਰ ਸਾਹਿਬ ਨੇ ਨਾ ਉਹੀ ਪਾਣੀ ਉਹਦੇ ਮੂੰਹ ਤੇ ਡੋਲਿਆ, ਕਹਿੰਦੇ ਉੱਠ। ਤਾਂ ਖੜਾ ਹੋਇਆ, ਕਹਿੰਦਾ ਮੈਨੂੰ ਅਸਲੀਅਤ ਪਤਾ ਲੱਗੀ ਹੈ। ਅਸਲ ਦੇ ਵਿੱਚ ਕੀ ਹੁੰਦਾ, ਜਦੋਂ ਤੱਕ ਤੁਸੀਂ ਹੋ ਕੁਝ ਕਰਨ ਦੇ ਯੋਗ ਹੋ, ਲੋਕ ਨਾ ਨਿੰਬੂ ਵਾਂਗੂ ਤੁਹਾਨੂੰ ਨਿਚੋੜਦੇ ਆ, ਭਾਵੇਂ ਤੁਹਾਡਾ ਪਰਿਵਾਰ ਹੀ ਕਿਉਂ ਨਾ ਹੋਵੇ, ਰਿਸ਼ਤੇਦਾਰ ਹੀ ਕਿਉਂ ਨਾ ਹੋਣ, ਉਦੋਂ ਤੱਕ ਉਹ ਛੱਡਦੇ ਨਹੀਂ ਜਦੋਂ ਤੱਕ ਨਿੰਬੂ ਵਾਂਗੂ ਨਿਚੋੜ ਨਾ ਲੈਣ। ਤੁਸੀਂ ਕਦੇ ਦੇਖਿਆ ਨਾ, ਗੰਨੇ ਜਿਹੜੇ ਹੁੰਦੇ ਨੇ ਉਹ ਜਦੋਂ ਰੋਹ ਕੱਢਣ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਉਹਦੇ 'ਚ ਪਾਏ ਜਾਂਦੇ ਨੇ, ਵੇਲਣੇ ਦੇ ਵਿੱਚ, ਤੇ ਤੁਸੀਂ ਧਿਆਨ ਮਾਰ ਕੇ ਵੇਖੋ, ਉਦੋਂ ਤੱਕ ਉਹ ਵਿਚਾਰਾ ਉਹਨਾਂ ਦਾ ਖਹਿੜਾ ਨਹੀਂ ਛੱਡਦਾ ਜਦੋਂ ਤੱਕ ਉਹ ਖਿੱਲਰ ਨਾ ਜਾਣ। ਉਹ ਵਿਚਾਰੇ ਖਿੱਲਰੇ ਹੁੰਦੇ, ਬੁਰਾ ਹਾਲ ਹੁੰਦਾ, ਫਿਰ ਹੀ ਮਰੋੜ ਕੇ ਵਿੱਚ ਪਾਈ ਜਾਏਗਾ ਵੀ ਹੁਣ ਇਹਦੇ 'ਚੋਂ ਕੀ ਕੱਢਣਾ ਤੂੰ। ਐਦਾਂ ਹੀ ਅਸਲ ਮਾਇਨੇ ਦੇ ਵਿੱਚ ਮੋਹ ਹੈ। ਅਸੀਂ ਨਾ ਸਾਰੇ ਮੋਹ ਦੀਆਂ ਤੰਦਾਂ ਨਾਲ ਬੱਝੇ ਹੋਏ ਹਾਂ। ਇਹ ਮੋਹ ਜਿਹੜਾ ਨਾ ਸਾਨੂੰ ਨਿਚੋੜਦਾ ਚੰਗੀ ਤਰ੍ਹਾਂ, ਸਾਨੂੰ ਛੱਡਦਾ ਉਦੋਂ ਹੈ ਜਦੋਂ ਸਾਡੇ ਪੱਲੇ ਹੀ ਕੱਖ ਨਹੀਂ ਰਹਿੰਦਾ, ਫਿਰ ਆਪਾਂ ਕਿਸੇ ਜੋਗੇ ਹੁੰਦੇ ਨਹੀਂ, ਨਾ ਆਪਾਂ ਗਾਂਹ ਜੋਗੇ ਹੁੰਦੇ, ਨਾ ਪਛਾਣ ਜੋਗੇ ਹੁੰਦੇ। ਕਬੀਰ ਸਾਹਿਬ ਨੇ ਨਾ ਇਹਨਾਂ ਸਲੋਕਾਂ 'ਚ ਜ਼ਿੰਦਗੀ ਦੱਸੀ ਹੈ ਕਿ ਬੰਦਿਆ ਆਪਣੀ ਜ਼ਿੰਦਗੀ ਵੱਲ ਵੀ ਧਿਆਨ ਦੇ। ਹੁਣ ਕਬੀਰ ਸਾਹਿਬ ਦਾ ਜਿਹੜਾ ਸਲੋਕ ਹੈ 21 ਨੰਬਰ ਦਾ, ਉਹਦੇ 'ਚ ਉਹ ਕਹਿੰਦੇ ਨੇ, ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ। ਇਹ ਯੁੱਗ ਦਾ ਮਤਲਬ ਹੈ ਆ ਜਿਹੜਾ ਮਨੁੱਖਾ ਜਨਮ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦੀਨ ਨੂੰ ਭੁਲਾ ਕੇ ਇਨਸਾਨ ਦੂਣੀ ਦੇ ਪੈਰਾਂ ਵਿੱਚ ਡਿੱਗ ਪਿਆ ਹੈ, ਜਿਸ ਦੀ ਵਜ੍ਹਾ ਕਰਕੇ ਇਹਨੇ ਨਾ
ਬਹੁਤ ਜ਼ਿਆਦਾ ਮਿੱਤਰ ਇਕੱਠੇ ਕਰ ਲਏ ਨੇ। ਉਹਨਾਂ ਵਿੱਚੋਂ ਉਹਨਾਂ ਦੀ ਪਤਨੀ, ਉਹਨਾਂ ਦੇ ਬੱਚੇ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ, ਸੱਜਣ, ਦੋਸਤ ਸਾਰੇ ਆ ਗਏ। ਇਹ ਬਹੁਤ ਸਾਰੀ ਵੱਡੀ ਮਿੱਤਰਤਾ ਦਾ ਇੱਕ ਖਿਲਾਰਾ ਇਹਨੇ ਖਿਲਾਰ ਲਿਆ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਮੋਹ ਦੇ ਵਿੱਚ ਐਸਾ ਪੈ ਗਿਆ, ਇਹਨੂੰ ਨਾ ਭੁਲੇਖਾ ਪੈ ਗਿਆ ਵੀ ਇਹਨਾਂ ਤੋਂ ਹੀ ਮੈਨੂੰ ਸੁੱਖ ਮਿਲਣੇ, ਵੀ ਇਹ ਮੇਰੇ ਸੁੱਖ ਹੈ, ਇਹ ਮੇਰੇ ਬੁਢੇਪੇ ਦੀ ਡੰਗੋਰੀ ਹੈ, ਮੇਰੇ ਲਈ ਬਹੁਤ ਕੁਝ ਕਰਨਗੇ, ਮੇਰੇ ਅੰਨੇ ਦੀਆਂ ਅੱਖਾਂ ਨੇ। ਕਬੀਰ ਸਾਹਿਬ ਕਹਿੰਦੇ ਇਹਨੂੰ ਭੁਲੇਖਾ ਪੈ ਗਿਆ। ਭੁਲੇਖੇ ਦੇ ਸ਼ਿਕਾਰ ਵਿੱਚ ਪੈ ਕੇ ਇਸ ਇਨਸਾਨ ਨੇ ਮੋਹ ਜਿਹੜਾ ਨਾ ਉਹਨੂੰ ਆਪਣੇ ਆਸੇ-ਪਾਸੇ ਇੱਕ ਰੱਸਿਆਂ ਦੀ ਤਰ੍ਹਾਂ ਲਪੇਟ ਲਿਆ। ਹੁਣ ਉਹ ਜਿਹੜੇ ਮੋਹ ਦੇ ਰੱਸੇ ਨੇ ਉਹ ਇਹਨੂੰ ਛੱਡਣ ਨੂੰ ਤਿਆਰ ਨਹੀਂ, ਤੇ ਇਹ ਬੰਦਾ ਸੁਖੀ ਹੋ ਹੀ ਨਹੀਂ ਰਿਹਾ, ਦੁਖੀ ਹੈ। ਦੁਖੀ ਸੀ, ਦੁਖੀ ਜਾਏਗਾ ਦੁਨੀਆ ਤੋਂ। ਕਬੀਰ ਸੂਖ ਨਾ ਇਹ ਜੁਗ, ਇਸ ਜਨਮ ਦੇ ਵਿੱਚ ਆ ਜਿਹੜੀਆਂ ਮੋਹ ਦੀਆਂ ਤੰਦਾਂ ਬੰਨ੍ਹ ਲਈਆਂ ਨੇ ਨਾ ਆਪਣੇ ਪੱਲੇ, ਇਹਨਾਂ ਦੀ ਵਜ੍ਹਾ ਦੇ ਕਰਕੇ ਤੈਨੂੰ ਕਦੇ ਵੀ ਸੁੱਖ ਨਹੀਂ ਮਿਲਣਾ, ਤੈਨੂੰ ਆਤਮਿਕ ਆਨੰਦ ਨਹੀਂ ਮਿਲਣਾ, ਤੂੰ ਕਲਪਦਾ ਰਹੇਗਾ। ਕਰੇ ਜੋ ਬਹੁਤੇ ਮੀਤ, ਆ ਜਿਹੜਾ ਇੰਨਾ ਖਲਾਰਾ ਖਲਾਰ ਕੇ ਬੈਠਾ ਨਾ, ਤੂੰ ਕਹਿੰਦਾ ਮੈਨੂੰ ਰੱਬ ਦੀ ਲੋੜ ਨਹੀਂ, ਗੁਰੂ ਦੀ ਲੋੜ ਨਹੀਂ, ਸਭ ਕੁਝ ਇਹੀ ਹੈ। ਤੈਨੂੰ ਪਤਾ ਉਦੋਂ ਲੱਗਣਾ ਜਦੋਂ ਤੇਰੇ ਪੱਲੇ ਹੀ ਕੱਖ ਨਾ ਰਿਹਾ। ਜੋ ਚਿੱਤ ਰਾਖੇ ਏਕ ਸਿਉ, ਹੁਣ ਦੂਸਰੀ ਗੱਲ ਕਰਦੇ ਨੇ, ਜਿਹੜੇ ਚਿੱਤ ਰੱਖਦੇ ਨੇ ਇੱਕ ਨਿਰੰਕਾਰ ਨਾਲ ਤੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਆ। ਦੋ ਤਰ੍ਹਾਂ ਦੇ ਲੋਕ ਹੈ, ਇੱਕ ਵਿੱਚ ਹੀ ਵੜ ਗਏ, ਖਚਤ ਹੋ ਗਏ, ਭੁੱਲ ਗਏ ਸਭ ਕੁਝ। ਇੱਕ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ, ਨਿਰੰਕਾਰ ਨੂੰ ਵੀ ਯਾਦ ਰੱਖਿਆ। ਜੋ ਚਿੱਤ ਰਾਖੇ ਏਕ ਸਿਉ ਤੇ ਸੁਖ ਪਾਵੇਂ ਨੀਤ, ਉਹ ਤਾਂ ਨਿਤ ਨਿਤ ਸੁਖੀ ਹੁੰਦੇ ਨੇ, ਨਿਤ ਨਿਤ ਸੁਖੀ ਹੁੰਦੇ ਨੇ, ਆਤਮਕ ਆਨੰਦ ਵਿੱਚ ਜਿਉਂਦੇ ਨੇ। ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਜਿਵੇਂ ਨਾ ਖੁਸ਼ਬੂ ਫੈਲੀ ਹੋਈ ਹੈ, ਫੁੱਲ ਖਿੜੇ ਹੋਏ ਹੈ, ਕੁਦਰਤ ਗਾ ਰਹੀ ਹੈ, ਕੁਦਰਤ ਨੱਚ ਰਹੀ ਹੈ, ਕੁਦਰਤ ਹੱਸ ਰਹੀ ਹੈ, ਮੈਂ ਆਨੰਦ ਮਾਣ ਰਿਹਾ ਔਰ ਮੇਰੇ ਨਾ ਪਰ ਲੱਗੇ ਹੋਏ ਨੇ ਤੇ ਮੈਂ ਆਕਾਸ਼ ਵਿੱਚ ਉੱਡ ਰਿਹਾ। ਸਮਰਪਣ ਦੀ ਭਾਵਨਾ ਆ ਗਈ, ਉਹ ਇੰਨਾ ਕੁ ਜੁੜ ਜਾਂਦਾ। ਦੂਸਰਾ ਜਿਹੜਾ ਉਹ ਇੰਨਾ ਪਰਿਵਾਰ ਨਾਲ ਜੁੜ ਜਾਂਦਾ, ਉਹਨੂੰ ਇਦਾਂ ਲੱਗਦਾ ਮੈਂ ਸਵੇਰੇ ਵੀ ਚਿੰਤਾ 'ਚ, ਮੈਂ ਸ਼ਾਮ ਨੂੰ ਵੀ ਚਿੰਤਾ 'ਚ, ਮੇਰੇ ਸਿਰ ਤੇ ਬੋਝ ਦੀਆਂ ਪੰਡਾਂ ਵੱਜੀਆਂ ਨੇ, ਮੈਂ ਡਿਪਰੈਸ਼ਨ 'ਚ ਚਲਾ ਗਿਆ ਹਾਂ, ਮੇਰਾ ਬੁਰਾ ਹਾਲ ਹੈ। ਉਹ ਰੋਂਦਾ ਹੀ ਰਹਿੰਦਾ ਹੈ। ਦੂਸਰੇ ਪਾਸੇ ਜਿਹੜਾ ਦੂਸਰਾ ਹੈ ਜੋ ਚਿੱਤ ਰਾਖੇ ਏਕ ਸਿਉ, ਉਹ ਹੱਸਦਾ ਹੀ ਰਹਿੰਦਾ ਹੈ। ਉਹ ਕਹਿੰਦਾ ਹੈ ਸਤ ਚਿੱਤ ਆਨੰਦ ਹੈ, ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ। ਹੁਣ ਚੂਜ਼ ਤੁਸੀਂ ਕਰਨਾ ਕਿ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ, ਜਪਜੀ ਨਹੀਂ ਭੁੱਲਣੀ ਚਾਹੀਦੀ, ਸੁਖਮਨੀ ਸਾਹਿਬ ਨਹੀਂ ਭੁੱਲਣੀ ਚਾਹੀਦੀ, ਗੁਰੂ ਨਾਨਕ ਨਹੀਂ ਭੁੱਲਣਾ ਚਾਹੀਦਾ ਕਿ ਉਹ ਜ਼ਿੰਦਗੀ ਜਿਉਣੀ ਹੈ ਕਿ ਇਕੱਲਾ ਇੱਕੋ ਪਾਸੇ ਹੀ ਰਹੇ ਤੇ ਸਭ ਕੁਝ ਖਤਮ ਕਰ ਲਿਆ। ਹੁਣ ਇਹ ਮੋਹ ਦੀਆਂ ਤੰਦਾਂ ਦੀ ਗੱਲ ਹੈ। ਅਗਲਾ ਜਿਹੜਾ ਸ਼ਲੋਕ ਹੈ 22 ਨੰਬਰ, ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ। ਅਸਲ ਮੌਤ ਪਤਾ ਕੀ ਹੁੰਦੀ ਹੈ? ਰੱਬ ਵੱਲੋਂ ਮਰ ਜਾਣਾ, ਨਿਰੰਕਾਰ ਵੱਲੋਂ ਮਰ ਜਾਣਾ, ਨਿਰੰਕਾਰ ਵੱਲੋਂ ਮੂੰਹ ਫੇਰ ਲੈਣਾ, ਸੱਚਾਈ ਵੱਲੋਂ ਮੂੰਹ ਫੇਰ ਲੈਣਾ। ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ। ਲੋਕ ਨਾ ਮੋਹ ਦੀਆਂ ਤੰਦਾਂ ਨੂੰ ਤੋੜਨ ਤੋਂ ਬਹੁਤ ਡਰਦੇ ਆ, ਬੜਾ ਘਬਰਾਉਂਦੇ। ਇਸ ਲਈ ਬਹੁਤ ਵਾਰ ਇਨਸਾਨ ਤੁਸੀਂ ਦੇਖਿਆ ਹੋਣਾ ਗਲਾਂ ਦੇ ਵਿੱਚ ਫਾਹ ਪਾ ਕੇ ਮਰਦਾ ਕੌਣ ਹੈ? ਕੌਣ? ਸੁਸਾਈਡ ਕੌਣ ਕਰਦਾ ਹੈ? ਕੌਣ? ਕਈ ਵਾਰ ਨਹੀਂ, ਬਹੁਤ ਵਾਰ ਐਸਾ ਹੁੰਦਾ ਹੈ ਲੋਕ ਆਪਣੀ ਜ਼ਿੰਦਗੀ ਖਤਮ ਕਰ ਜਾਂਦੇ ਨੇ ਕਿਸੇ ਦੂਸਰੇ ਦੀ ਲਈ। ਪਰ ਉਹਦਾ ਫਾਇਦਾ ਕਿਹਨੂੰ ਹੁੰਦਾ? ਤੁਹਾਨੂੰ ਨਹੀਂ, ਤੁਸੀਂ ਤਾਂ ਮਰ ਗਏ, ਖਤਮ ਹੋ ਗਏ, ਤੁਸੀਂ ਤਾਂ ਆਪਣੀ ਜ਼ਿੰਦਗੀ ਸਮਾਪਤ ਕਰਕੇ। ਰੱਬ ਨੇ ਤੁਹਾਨੂੰ ਇੱਕ ਬੜਾ ਪਿਆਰਾ ਮੌਕਾ ਦਿੱਤਾ ਸੀ, ਤੁਸੀਂ ਉਹਨੂੰ ਨਹੀਂ ਸਾਂਭਿਆ। ਅਸਲ ਮੌਤ ਉਹ ਨਹੀਂ। ਅਸਲ ਮੌਤ ਪਤਾ ਕੀ ਹੁੰਦੀ ਹੈ? ਮੋਹ ਦੀਆਂ ਤੰਦਾਂ ਵੱਲੋਂ ਮਰ ਜਾਣਾ, ਮੋਹ ਦੀਆਂ ਤੰਦਾਂ ਵੱਲੋਂ ਮਰ ਜਾਣਾ, ਲਾਲਸਾਵਾਂ ਵੱਲੋਂ ਮਰ ਜਾਣਾ। ਜਿਹੜਾ ਬੰਦਾ ਉਸ ਪੱਖ ਤੇ ਪੈਰ ਰੱਖ ਲੈਂਦਾ ਹੈ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਿਹੜਾ ਬੰਦਾ ਸਿੱਖੀ ਦੀ ਇਸ ਲੀਹ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਅਸਲ ਮਾਇਨੇ ਵਿੱਚ ਉਹ ਆਨੰਦਮਈ ਜੀਵਨ ਜਿਉਂਦਾ ਹੈ। ਫਿਰ ਸੁਣਿਓ, ਕਬੀਰ ਜਿਸ ਮਰਨੇ ਤੇ ਜਗ ਡਰੈ, ਦੁਨੀਆ ਦੀ ਖਾਤਰ ਦੀਨ ਨੂੰ ਭਾਵ ਧਰਮ ਨੂੰ ਤਿਆਗ ਕੇ ਇਨਸਾਨ ਧਨ ਪਦਾਰਥ, ਆਪਣੇ ਬੱਚੇ, ਆਪਣੀ ਔਰਤ ਆਦਿਕ ਬਹੁਤ ਸਾਰੇ ਮਿੱਤਰ ਬਣਾਉਂਦਾ ਫਿਰਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਇਹਨਾਂ ਤੋਂ ਸੁੱਖਾਂ ਦੀ ਆਸ ਵੀ ਬਹੁਤ ਰੱਖਦਾ ਹੈ, ਪਰ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਨਹੀਂ ਤੋੜ ਸਕਦਾ। ਹੁਣ ਕਬੀਰ ਸਾਹਿਬ ਦਾ ਫੈਸਲਾ ਸੁਣਿਓ। ਉਹ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੈ, ਕਹਿੰਦੇ ਹੇ ਕਬੀਰ, ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਦੁਨੀਆ ਡਰਦੀ ਹੈ, ਮੇਰਾ ਮਨ ਆਨੰਦ, ਉਸ ਨਾਲ ਮੇਰੇ ਮਨ ਵਿੱਚ ਤਾਂ ਆਨੰਦ ਪੈਦਾ ਹੋ ਰਿਹਾ, ਖੁਸ਼ੀ ਹੋ ਰਹੀ। ਮੈਂ ਚਾਹੁੰਦਾ ਮੈਂ ਮਰਾਂ, ਮੈਂ ਚਾਹੁੰਦਾ ਮੈਂ ਮਰਾਂ।
क्योंकि ये मौत ही आनंद देगी, ये मौत ही खुशी देगी। ये शरीर की मौत नहीं प्यारिओ, ये मौत है तुहाडे अंदर बने हुए एक भरम की, तुहाडे अंदर बने हुए एक वहम की कि सारा कुछ आई है। नहीं, निरंकार दसदा सारा कुछ ये नहीं, ये तो तेरियां एक खेडां ने, तू खेडां दे विच ऐसा परच गया, तू अगां जा ही नहीं सकिया। जिवें बच्चा रोंदा होवे ना, रोंदा होवे, बच्चे नूं भुख भी लगी होवे कई बार, ते रोंदे होए बच्चे नूं मां परचा के खिडौणे दे दिंदी है, कई सारियां चीज़ां दे दिंदी है। बच्चा कुछ चिर उन्हां विच बिल्कुल रंगीन हो जाता, रंगिया जाता, खेडां 'च मस्त हो जाता, उन्होंने मां भुल जाती है तो उन्होंने दुੱਧ भी भुल जाता। असल 'च बंदे नाल भी यही कुछ होया। मिलना तो आत्मक आनंद सी, बंदा ऐ छोटिया छोटिया चीज़ों के पिछे ही पिया रहा। मरने ही ते पाई है पूर्ण परमानंद, ये भरम की मौत मरण तो बाद ही तो पूर्ण परमानंद की प्राप्ति होंदी है। भाव इंसान आनंदमई जीवन जीना शुरू कर दिंदा, उन्होंने अपनी जिंदगी का सही मायना पता लग जाता, सही तरह जिंदगी जीवन का झज अचार आ जाता। 23 नंबर श्लोक में कहते ने राम पदार्थ पाए कै, कहते जदों मोह दियां तंदां टुट जाण ते तैनूं वाहिगुरू दे घर दी सच्ची दौलत मिल जाए, तैनूं आत्मक आनंद मिल जाए, तू खिड़िया रहे, तू हसदा रहे, तेरी जिंदगी दे विच सुख होवे, तेरी जिंदगी 'च आनंद होवे, तेरी जिंदगी 'च शुकराना होवे, समर्पण होवे, तू अंदरों बाहरों भर जाए उहदे आनंद नाल। राम पदार्थ, ये राम पदार्थ है, पाए कै, जदों तैनूं तू पा लवें। कबीरा गांठ ना खोल, कबीर साहब कहते ने फिर ये जिहड़ी गठड़ी है ना, ये जगह जगह ते ना खोलदा फिर भी मैं कुछ पा लिया, मैं कुछ पा लिया, जिन्हें रपाया ते ना छपाया, रौला ना पाउंदा फिर। भला क्यों? क्योंकि कबीर साहब कहते नहीं पट्टन, कोई इत्थे ऐसा शहर नहीं है, कोई ऐसी मंडी नहीं है, नहीं पारखू, कोई इत्थे परख करने वाला नहीं है तेरे इस राम पदार्थ दी, नहीं गाहक ते ना कोई लैण वाला गाहक है, नहीं मोल ते ना कोई दा मुल देण नूं तैयार है। कबीर साहब कहते किन्ना लोकां दे सामने अपनी गंठड़ी फोलदा फिरदा, किन्ना लोकां नूं दसदा फिरदा, इत्थे कोई समझण वाला नहीं तैनूं। जे तूं कुछ पा लिया, अद्धी दुनिया तैनूं पागल ही कहेगी, अद्धी दुनिया तैनूं झल्ला कमला ही कहेगी, क्योंकि लोगों को इस चीज़ की समझ नहीं होनी। लोग तो कच विहाजते फिरते हैं, उन्होंने सच का की पता, उन्होंने हीरियां का की पता, जिन्होंने आर्टिफिशियल गहने पाउण का शौक चढ़ जाए, उन्होंने की पता भी जिहड़े ओरिजिनल होंदे ने उन्होंने पाए का आनंद की हुंदा। जे तूं कुछ पा लिया ना ते दुनिया 'च ढंढोरा ना पिटदा फिर कि मैं कुछ पा लिया, लोग इत्थे तेरी कदर करने वाले नहीं है, ते ना तू ये आस रख के लोग तेरी कदर करन, लोग तेरा मुल पाउण, लोग तेरे गलां 'च फुल्लां दे हार पाउण। जे तू ये सोच के बैठा होया ना तां तू गलत है। अपनी आनंदमई जिंदगी जी, अपने विच रह, अपनी जिंदगी का आनंद माण, अपने अंदरों ही रस लैंदा रहा कर, लोकां दी परवाह ना करिया कर। हुण कबीर साहब ने 24 नंबर श्लोक 'च कहा कबीर तां स्यों प्रीत कर, ਉਹਦੇ ਨਾਲ प्यार कर, किहदे नाल? जां को ठाकुर राम, ऐ दुनिया नाल नहीं, रब दे प्यारिਆਂ नाल, जिन्हां दा मालक एक ठाकुर अकाल पुरख वाहिगुरू आप है। तां स्यों प्रीत कर, जे तू किसी नाल जुड़ना ना, प्यार करना ते रब्बी पुरशां नाल, रब दे प्यारिਆਂ नाल, अंदरों बाहरों भिज्जियां होइआं दे नाल जुड़, उन्हां दी संगत कर। पंडित राजे भूपति आवें कौन ने काम, पर जे वो मोह दीआं तंदां नाल बज्झे होए ने, भावें वो वड्डे तो वड्डा पंडित होवे, भावें वड्डे तो वड्डा राजा होवे, भावें वड्डे तो वड्डा भूपति जमींदार होवे, जे वो मोह दीआं तंदां नाल अंदर बज्झे होए ने ते वो कदे भी साथ नहीं निभाउंदे, वो कदे भी काम नहीं आउंदे ने। इसलिए बंदिया केवल उन्हां नाल प्यार कर जिन्हां दे अंदर कुछ है। एवें बहुते दुनियादारी सिस्टम के पिछे ना तुरिया फिर, इत्थे सारे आपो अपने गर्जां दे मारे होए ने, किसी नूं किसी नाल मतलब नहीं है। 25 नंबर श्लोक कमाल दा, कहंदे ने कबीर प्रीत एक स्यों कीए, कहंदे ने दुनिया वाला जिहड़ा सहम है ना, ये खत्म पता कदों हुंदा? आण दुबदा, जाए दुबदा भाव सहम, ये खत्म कदों हुंदा जी? जदों असीं एक परमात्मा नाल प्यार पा लैने आ, जदों निरंकार नाल प्यार पा लैने आ, दुबदा भाव सहम खत्म हो जाता है। भावें लांबे केस कर, भावें घरर मुंडाए, कबीर साहब कहते ने जदों तक परमात्मा नाल तेरी प्रीत नहीं ना जुड़ जाती प्यारिया, दुनिया वाली दुबदा नहीं मिट जाती, उदों तक जिन्ने मर्जी पखंड कर लै,
ਭਾਵੇਂ ਸਵਾਹ ਮਲ ਮਲ ਕੇ ਲੰਮੀਆਂ ਲੰਮੀਆਂ ਜੜਾਵਾਂ ਬਣਾ ਲੈ, ਤੇ ਭਾਵੇਂ ਉੱਕਾ ਹੀ ਜਿਹੜਾ ਤੇਰਾ ਸਿਰ ਹੈ ਰੋੜ ਮੋੜ ਕਰ ਲਾ, ਭਾਵ ਕਿ ਆਪਣੇ ਸਿਰ ਨੂੰ ਮਨਾਈ ਫਿਰ, ਭਾਵੇਂ ਟਿੰਡ ਕੱਢੀ ਫਿਰ, ਤੇ ਭਾਵੇਂ ਵੱਡੀਆਂ ਵੱਡੀਆਂ ਜਟਾਵਾਂ ਬਣਾਈ ਫਿਰ, ਜਦੋਂ ਤੱਕ ਤੇਰੇ ਅੰਦਰ ਸੱਚ ਮੌਜੂਦ ਨਹੀਂ ਹੈ, ਜਦੋਂ ਤੱਕ ਤੇਰੇ ਅੰਦਰੋਂ ਦੁਬਦਾ ਖਤਮ ਨਹੀਂ ਹੋਈ, ਮੋਹ ਦੀਆਂ ਤੰਦਾਂ ਖਤਮ ਨਹੀਂ ਹੋਈਆਂ, ਰੱਬ ਦੇ ਪ੍ਰਤੀ ਪਿਆਰ ਪੈਦਾ ਨਹੀਂ ਹੋਇਆ, ਉਹਦੇ ਨਾਲ ਪ੍ਰੀਤ ਨਹੀਂ ਤੇਰੀ ਬਣੀ, ਤਾਂ ਇਹ ਪਖੰਡੀ ਹੈ। ਜਿੰਨੇ ਮਰਜ਼ੀ ਕਰੀ ਜਾ, ਇਸ ਤਰ੍ਹਾਂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਖੁਸ਼ ਨਹੀਂ ਹੋਣ ਲੱਗਾ। ਸੋ ਆਓ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਬੜੀਆਂ ਕਮਾਲ ਦੀਆਂ ਨੇ, ਇਹਨਾਂ ਨੂੰ ਸਮਝੀਏ, ਵਿਚਾਰੀਏ, ਤੇ ਆਪਣਾ ਜਿਹੜਾ ਜੀਵਨ ਹੈ ਉਹ ਗੁਰੂ ਆਸ਼ੇ ਮੁਤਾਬਕ ਜੀਏ, ਤੇ ਕਬੀਰ ਸਾਹਿਬ ਨੇ ਜੋ ਕਿਹਾ ਉਹਨੂੰ ਆਪਣੇ ਪੱਲੇ ਬਣ ਕੇ ਇਸ ਜ਼ਿੰਦਗੀ ਦਾ ਆਨੰਦ ਮਾਣ ਕੇ ਜਾਈਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।